सारे विद्यार्थियों सत श्री अकाल। अज आपां चैप्टर 8 शुरू करना स्टडी बुक्स का। इक्विलिब्रियम अंडर द एक्शन ऑफ कोप्लेनर फोर्सिस। हुण इहदे विच ते पिछले चैप्टर दा फर्क की हैगा। जो लास्ट चैप्टर कीता सी आपां उहदे विच सीगीआं तीन कोप्लेनर फोर्सिस, दो केस बनाए सीगे, एक पैरेलल फोर्सिस सी, एक नॉन पैरेलल फोर्सिस सीगी। ਉਹਦੇ ਚ ਪੈਰਲਲ ਫੋਰਸਿਸ ਇਦਾਂ ਕਿਹਾ ਸੀ ਜੋ ਰਿਜ਼ਲਟੈਂਟ ਹੈਗਾ ਤਿੰਨ ਪੈਰਲਲ ਫੋਰਸਿਸ ਬੈਲੈਂਸ ਤਾਂ ਕਰਨਗੀਆਂ ਜੇ ਤੀਜੀ ਫੋਰਸ ਪਹਿਲੀਆਂ ਦੋ ਫੋਰਸਾਂ ਦੇ ਰਿਜ਼ਲਟੈਂਟ ਤੇ ਇਕੁਅਲ ਤੇ ਆਪੋਜ਼ਿਟ ਹੋਵੇ। ਜੇ ਧਿਆਨ ਚ ਹੋਵੇ ਸਮਝ ਆ ਜਾਊਗਾ, ਜੇ ਨਹੀਂ ਸਮਝ ਆ ਤਾਂ ਪਿਛਲੇ ਲੈਕਚਰ ਧਿਆਨ ਨਾਲ ਸੁਣ ਲਿਓ। ਫਿਰ ਸੈਕੰਡ ਕੀਤਾ ਸੀ ਆਪਾਂ ਤਿੰਨ ਫੋਰਸਾਂ ਨੇ ਉਹ ਚ ਇਕੁਇਲਿਬਰੀਅਮ ਤਾਂ ਨॉन ਪੈਰਲਲ ਫੋਰਸਿਸ ਨੇ ਉਹ ਚ ਇਕੁਇਲਿਬਰੀਅਮ ਤਾਂ ਪੋਸੀਬਲ ਆ ਜੇ ਉਹ ਤਿੰਨੇ ਇੱਕ ਪੁਆਇੰਟ ਤੇ ਕੱਟ ਕਰਨਗੀਆਂ। ਹੁਣ ਇਹ ਚੈਪਟਰ ਵਿੱਚ ਕੀ ਆ, ਇਹਦੇ ਵਿੱਚ ਫੋਰਸਿਸ ਵੱਧ ਹੋਣਗੀਆਂ। ਜੇ ਤਿੰਨ ਫੋਰਸ ਆ ਗਈਆਂ ਇਸ ਦੇ ਵਿੱਚ ਤਾਂ ਉਵੇਂ ਹੀ ਕਰਨਾ ਪਿੱਛੇ ਚੈਪਟਰ ਕੀਤਾ ਆਪਾਂ ਨੇ। ਜੇ ਤਿੰਨ ਤੋਂ ਵੱਧ ਫੋਰਸ ਆ ਗਈਆਂ ਤਾਂ ਉਹ ਚ ਕਨਸੈਪਟ ਕਿਵੇਂ ਕਰਨਾ ਆਪਾਂ ਉਹ ਨੂਮੈਰੀਕਲ ਆਪਾਂ ਦੇਖਣੇ ਹੈਗੇ। ਮੋਸਟਲੀ ਤਿੰਨ ਤੋਂ ਵੱਧ ਫੋਰਸਾਂ ਹੋਣਗੀਆਂ 4 5 6। ਪਹਿਲੀ ਗੱਲ ਜਿਹੜੀ ਇੰਪੋਰਟੈਂਟ ਗੱਲ ਆ, ਇਹ ਗੱਲਾਂ ਸਾਰੇ ਧਿਆਨ ਨਾਲ ਸੁਣ ਲਿਓ, ਨੋਟ ਕਰ ਲਿਓ। ਜਿਹੜੀ ਆਪਣੇ ਕੋਲ ਤਿੰਨ ਪੈਰਲਲ ਫੋਰਸਿਸ ਸੀਗੀਆਂ ਉਹ ਕਿਵੇਂ ਸੋਲਵ ਕੀਤੀਆਂ ਸੀ ਆਪਾਂ ਨੇ ਪੈਰਲਲ ਫੋਰਸ ਦਾ ਕਨਸੈਪਟ ਲਾ ਕੇ P × AC Q × BC ਲਾ ਕੇ। ਤੇ ਜਿਹੜਾ ਆਪਣੇ ਕੋਲ ਨॉन ਪੈਰਲਲ ਫੋਰਸਿਸ ਸੀਗੇ ਤਿੰਨ, ਉਹਦੀ ਡਾਇਗਰਾਮ ਚ ਕੰਡੀਸ਼ਨ ਇਹ ਸੀ ਕਿ ਨॉन ਪੈਰਲਲ ਫੋਰਸਿਸ ਵਾਸਤੇ ਡਾਇਗਰਾਮ ਆਪਾਂ ਸਹੀ ਤਾਂ ਕਹਾਂਗੇ ਅਗਰ ਉਹ ਤਿੰਨੇ ਇੱਕ ਪੁਆਇੰਟ ਤੇ ਮੀਟ ਕਰਨਗੇ। ਪਹਿਲੀ ਗੱਲ ਇਹ ਕਰੀ ਸੀ ਆਪਾਂ ਨੇ। ਦੂਜੀ ਗੱਲ ਆਪਾਂ ਕਰੀ ਸੀ ਇਹਦੇ ਵਿੱਚ ਕਿ ਜੇ ਤਿੰਨ ਇੱਕ ਪੁਆਇੰਟ ਤੇ ਮੀਟ ਕਰ ਰਹੀਆਂ ਨੇ ਤਾਂ ਸੋਲਵ ਕੀ ਕੀਤਾ ਸੀ, ਇੱਕੋ ਚ MN ਥਿਊਰਮ ਯੂਜ਼ ਕੀਤੀ ਸੀ, ਇੱਕ ਲੈਮਿਸ ਥਿਊਰਮ ਯੂਜ਼ ਕੀਤੀ ਸੀ। ਇਹ ਦੋ ਤਰ੍ਹਾਂ ਆਪਾਂ ਕਨਸੈਪਟ ਕੀਤੇ ਸੀ। ਜੇ ਤਿੰਨ ਪੈਰਲਲ ਫੋਰਸ ਨॉन ਪੈਰਲਲ ਫੋਰਸਿਸ ਇੱਕ ਪੁਆਇੰਟ ਤੇ ਕੱਟ ਕਰ ਰਹੀਆਂ। ਹੁਣ ਇਹਦੇ ਵਿੱਚ ਕੀ ਹੈਗਾ ਆਪਣੇ ਕੋਲ ਤਿੰਨ ਤੋਂ ਵੱਧ ਪੈਰਲਲ ਤਿੰਨ ਤੋਂ ਵੱਧ ਹੋਣਗੀਆਂ, ਤੇ ਪੈਰਲਲ ਵੀ ਹੋਣਗੀਆਂ, ਨॉन ਪੈਰਲਲ ਮਿਕਸ ਹੋਊਗਾ ਇਹਦੇ ਵਿੱਚ। ਆਪਾਂ ਨੂਮੈਰੀਕਲ ਦੇਖਾਂਗੇ ਤਾਂ ਇਹਦੇ ਵਿੱਚ ਕੁਐਸਚਨ ਕਿਵੇਂ ਕਰਨਾ। ਇਹ ਚ ਦੋ ਕਨਸੈਪਟ ਮੇਨ ਨੇ, ਉਹ ਕਿਹੜੇ ਕਿਹੜੇ ਨੇ। ਇੱਕ ਤਾਂ ਹੈਗਾ R ਵਾਲਾ ਜਿਹ ਚ XY ਕੱਢਦੇ ਆ ਆਪਾਂ, ਅਲੋਂਗ X ਐਕਸਿਸ ਅਲੋਂਗ Y ਐਕਸਿਸ R XY ਕੱਢਦੇ ਆ ਆਪਾਂ। ਤੇ ਧਿਆਨ ਚ ਹੋਵੇ ਇਕੁਇਲਿਬਰੀਅਮ ਵਾਸਤੇ R 0 ਹੁੰਦਾ, ਮਤਲਬ X ਵੀ 0 ਹੋਊਗਾ, Y ਵੀ 0 ਹੋਊਗਾ। ਇੱਕ ਉਹ ਕਨਸੈਪਟ ਯੂਜ਼ ਕਰਾਂਗੇ, ਇੱਕ ਆਪਾਂ ਕਨਸੈਪਟ ਯੂਜ਼ ਕਰਾਂਗੇ ਮੂਵਮੈਂਟ ਵਾਲਾ। ਇਹ ਦੋ ਕਨਸੈਪਟ ਕਾਫੀ ਯੂਜ਼ ਹੋਣਗੇ ਇਹ ਚ। ਬਾਕੀ ਹੋਰ ਜਿਵੇਂ ਜਿਵੇਂ ਆਊਗਾ ਉਵੇਂ ਦੇਖਾਂ, ਲੈਮਿਸ ਵੀ ਆ ਸਕਦੀ ਹੈ ਇਹਦੇ ਵਿੱਚ, ਪਰ ਇਹ ਦੋ ਕਨਸੈਪਟ ਮੋਸਟਲੀ ਯੂਜ਼ ਹੋਣਗੇ। XY ਵਾਲਾ ਰਿਜ਼ੋਲਵਡ ਪਾਰਟ ਵਾਲਾ R ਚ ਆਪਾਂ R ਕੱਢਦੇ ਹੁੰਦੇ ਆ, ਅਤੇ ਮੂਵਮੈਂਟ ਵਾਲਾ ਕਨਸੈਪਟ ਉਹ ਸਮਝਾਉਣ ਵਾਸਤੇ ਨੂਮੈਰੀਕਲ ਕਰ ਰਹੇ ਹਾਂ ਜੀ। ਜਿਵੇਂ ਜਿਵੇਂ ਆਪਾਂ ਨੂਮੈਰੀਕਲ ਬਾਕੀ ਇਦਾਂ ਨੂਮੈਰੀਕਲ ਆਪ ਟਰਾਈ ਕਰੋਗੇ ਤਾਂ ਪ੍ਰੋਪਰ ਕਨਸੈਪਟ ਸਮਝ ਆਊਗਾ। ਵੈਸੇ ਕੋਸ਼ਿਸ਼ ਕਰ ਰਿਹਾ ਕਿ ਇਹਦੇ ਵਿੱਚ ਵੱਧ ਤੋਂ ਵੱਧ ਨੂਮੈਰੀਕਲ ਕਲਾਸ ਵਿੱਚ ਹੋ ਜਾਣ ਤਾਂ ਜੋ ਤੁਹਾਨੂੰ ਕਨਸੈਪਟ ਵੱਧ ਤੋਂ ਵੱਧ ਸਮਝ ਆ ਜਾਏ। ਚਲੋ ਪਹਿਲਾਂ ਆਪਾਂ ਨੂਮੈਰੀਕਲ ਕਰ ਰਹੇ ਹਾਂ ਜੀ, ਉਹ ਕੀ ਹੈ ਉਹਦੀ ਸਟੇਟਮੈਂਟ ਪਾਰਟ ਹੈ, ਤੁਸੀਂ ਵੀ ਦੇਖ ਲਓ ਜੇ ਤੁਹਾਨੂੰ ਕਨਸੈਪਟ ਸਮਝ ਆ ਜਾਊ ਕਨਸੈਪਟ ਕੀ ਹੈ ਇਹਦੇ ਵਿੱਚ। A ladder of weight W rest with one end against a smooth vertical wall and with the other resting on the smooth floor. If the inclination of the ladder to the horizontal be 60 degree, find the horizontal force that must be applied to a lower end to prevent the ladder from sliding down. देखो क्वेश्चन की किया उन्होंने। ਇਹਦੇ ਵਿੱਚ ਹੀ ਉਹੀ ਆ ਕਿ ਡਾਇਗਰਾਮ ਮੇਨ ਆ, ਡਾਇਗਰਾਮ ਪੂਰੇ ਚੈਪਟਰ 'ਚ ਹੀ ਮੇਨ ਆ ਜੀ। ਇਹ ਵਰਟੀਕਲ ਵਾਲ ਬਣਾਈ ਆ ਆਪਾਂ ਨੇ, ਇਹ ਬਣਾਇਆ ਆਪਾਂ ਨੇ ਫਲੋਰ। ਇੱਕ ਲੈਡਰ ਆ, ਪੌੜੀ ਆ, ਲੈਡਰ ਪੌੜੀ ਹੋ ਗਈ, ਆ ਪੌੜੀ ਇੱਥੇ। ਇਹ ਲੈਡਰ ਜੋ ਹੈ ਜਿਹੜੀ ਵਾਲ ਆ ਵਰਟੀਕਲ ਵਾਲ ਹੈਗੀ ਆ, ਇਹ ਸਮੂਥ ਦਿੱਤੀ ਹੋਈ ਆ ਆਪਾਂ। ਹੁਣ ਸਮੂਥ ਵੈਸੇ ਲੋੜ ਤਾਂ ਪਈ ਨਹੀਂ ਪਹਿਲਾਂ, ਪਰ ਇਹ ਹੁਣ ਥੋੜਾ ਸਮਝਣਾ ਪੈਣਾ। ਸਮੂਥ ਪਹਿਲਾਂ ਦੱਸਿਆ ਸੀਗਾ ਜੀ ਜਿਹ ਚ ਫ੍ਰਿਕਸ਼ਨ ਨਾ ਹੋਵੇ, ਫ੍ਰਿਕਸ਼ਨ ਨਾ ਹੋਵੇ ਉਹਨੂੰ ਸਮੂਥ ਕਹਿੰਦੇ। ਫ੍ਰਿਕਸ਼ਨ ਨਾ ਹੋਣ ਦਾ ਕੀ ਮਤਲਬ ਆ, ਇਹ ਵੀ ਸਮੂਥ ਆ ਵਰਟੀਕਲ ਵਾਲ, ਜਿਹੜਾ ਫਲੋਰ ਆ ਗਰਾਊਂਡ ਆ ਉਹ ਵੀ ਸਮੂਥ ਆ, ਦੋਨੇ ਸਮੂਥ ਨੇ। ਸਮੂਥ ਦਾ ਮਤਲਬ ਇਹ ਬਣ ਗਿਆ ਕਿ ਫ੍ਰਿਕਸ਼ਨ ਨਹੀਂ ਹੈਗੀ। ਜਿਵੇਂ ਆਪਾਂ ਸਮਝਣ ਵਾਸਤੇ ਐਂ ਕਰ ਲਈਏ, ਜਿਵੇਂ ਜਿੰਨੀ ਕੋਈ ਪਲੇਨ ਸਮੂਥ ਹੋਊਗੀ ਉਹਨੀ ਫ੍ਰਿਕਸ਼ਨ ਘੱਟ ਹੋਊਗੀ, ਮਤਲਬ
शीशा ला लो, जिन्ना शीशा साफ आ सीधा समूथ आ उन्नी फ्रिक्शन जो है घट होगी। जिवें बोर्ड देख लो, बोर्ड समूथ आ, जिहड़ी कंध हुंदी है समूथ नहीं हुंदी ज्यादा, जो फ्रिक्शन ज्यादा आपां इह कह लो। तां समूथ वर्ड की है जिहदे फ्रिक्शन बिल्कुल ना हो, जिवें आपां शीशा ला लो कि शीशे दी दीवार आ, शीशे दा ही फ्लोर है, तां जिहड़ी इह बॉडी हैगी आ इह फिसल जाएगी क्योंकि ये शीशे की है, इत्थे फ्रिक्शन बिल्कुल नहीं है, फ्रिक्शन करके खड़ी होंदी है कोई चीज। जिवें इदां कह लीए आपां आ पेन आ मेरे हत्थ च टेढ़ा करता मैं इहनूं, ये पेन गिर नहीं रहा है, क्यों नहीं गिर रहा? बिकॉज हत्थ की फ्रिक्शन करके जो बॉडी अटैच हुई है, फ्रिक्शन करके फ्रिक्शन इहनूं फड़िया होया है। बाकी फ्रिक्शन आपां नैक्सट चैप्टर प्रॉपर पढ़ांगे ध्यान नाल। तां जे ये शीशे दा हुंदा हत्थ तां इह फिसल के नीचे गिर जाना पेन। उवें ये जिहड़ी पौड़ी हैगी आ, पौड़ी तो है जिहड़े समूथ ने अपने को नीचे ग्राउंड अते वर्टिकल वॉल, ये शीशे के बने हुए, मतलब कि ये पौड़ी फिसल जाएगी। जो पौड़ी रखांगे इहदा वेट होगा, यूनीफॉर्म लैडर है, वेट सेंटर ते एक्ट करेगा, तो वेट करके बॉडी जो है इदा स्लिप कर जाएगी। मतलब जे इदा हैगी आ स्लिप करके नीचे कर जाऊगी। मतलब स्लिप किवें करेगी? आ वाला सिरा अगे जाऊगा, आ वाला सिरा नीचे आऊगा। देख लो, उपरला सिरा जो स्लिप करोगी नीचे आ रहा, निचला सिरा अगे जा रहा, तो यह सिरा अगे जाएगा। तो इहनूं स्लीपिंग तो बचाने वास्ते, स्लाइडिंग या स्लीपिंग कह लो, वो तो बचाने वास्ते आप इधरले पासे उल्टे पासे फोर्स लावांगे। लग रहा होगा पता कि इधर फोर्स क्यों लाउणी है। इधरले पासे फोर्स तां ला रहा बिकॉज बॉडी जिहड़ी हैगी आ वो नीचे जा रही है, ये अगे जा रहे हैं। अगे जान तो रोकण वास्ते एक ऑपोजिट फोर्स इधरले पासे लावांगे तां जो फड़ के रखे। ये फोर्स लाई आ ते ये फोर्स जिहड़ी हैगी आ हॉरिजॉन्टल फोर्स दिता है, ये फोर्स हॉरिजॉन्टल होगी ते लोअर एंड ते लाउणी है। स्टेटमेंट्स गिवन है सारा आपां नूं, ते ये पुछया कि ये हॉरिजॉन्टल फोर्स जिहड़ी हैगी आ ये कितनी होगी, इसदी वैल्यू फाइंड करनी है। मान लो हॉरिजॉन्टल फोर्स जिहड़ी हैगी आपां ने कुछ भी ले लिया, आपां पी मान लिया, मान लो ये लभणी आपां ने, ये डाटा दिता है सारा आपां नूं। ये भी दिता है कि जिहड़ा एंगल हैगा लैटर दा हॉरिजॉन्टल नाल 60 डिग्री बन रहा है, ये भी आपां नूं गिवन है। सो ध्यान दो, हुण ये काम हैगा। बाकी हुण अपना जिन्ना पहला पढ़िया हैगा वो सारा यूज होगा। हुण आपां पढ़िया हैगा कि जिहड़ा इत्थों फड़ी हुई है, फोर्स ने फड़ी हुई है, तो जिहड़ी पौड़ी हैगी आ एक सिरा दीवार नूं टच कर रहा, एक सिरा ग्राउंड नूं टच कर रहा हैगा। मतलब जिहड़ा वेट हैगा वो दीवार ते भी जोर पै रहा, दीवार ते वेट पै रहा पौड़ी दा, अते वेट जो है पौड़ी दा ग्राउंड ते भी पै रहा, फ्लोर ते भी पै रहा हैगा। तां मतलब फ्लोर ते एक्शन हो रहा है, जोर पै रहा है, तो रिएक्शन होगा। रिएक्शन की होगा? सरफेस से नॉर्मल, नॉर्मल स्केच की होगा? परपेंडिकुलर, सरफेस से नॉर्मल। आ भी जोर सरफेस से पहले सरफेस वॉल होगी, वॉल दे नॉर्मल की होगा? परपेंडिकुलर। ए की होगी? रिएक्शन। ये ओवरऑल ये सारा कुछ ये फोर्सां होणगियां। हुण ये फोर्सां च एक गल वधिया हैगी आ, वधिया मैं इदां कह रहा हैगा, जिहड़े पिछले चैप्टर किता ओहदे देखिया सीगा कि फोर्स किदां बनाउणियां, डायग्राम किदां बनाउणी है ना, इह च कोई प्रॉब्लम नहीं हैगी क्योंकि 4 फोर्सां ने, 4 फोर्सां वास्ते इक्विलिब्रियम दे विच कंडीशन कोई नहीं है कि तिन्ने इक्को पॉइंट चों एक्ट करन, रिजल्टेंट विचों निकले, कोई कंडीशन नहीं हैगी इहदे विच। जिवें जिहड़े बच्चे पढ़ रहे पता होगा लास्ट चैप्टर दे विच आपां ने पैरेलल फोर्स दे वास्ते भी देखिया सीगा कि तीजी फोर्स कित्थों कढीए, डायग्राम उदां बनाई सी आपां ने, ते नॉन पैरेलल फोर्स भी देखिया सी आपां ने कि तीजी फोर्स किवें बनाईए कि तिन्ने इक्को पॉइंट ते कट करना। इह च इदां दी कंडीशन कोई नहीं हैगी। एक नुकसान भी है, जे आपां नूं पता होवे कि 3 पैरेलल फोर्सेस एक पॉइंट चों कट करनी है तो आपां डायग्राम सही बनावांगे। ਇਹ ਚ ਕੁਝ ਨਹੀਂ ਪਤਾ ਆਪਾਂ ਨੂੰ ਕਿ ਫੋਰਸਾਂ ਕਿੱਦਾਂ ਕੱਢਣੀਆਂ, ਸੌਖਾ ਵੀ ਆ ਪਰ ਔਖਾ ਵੀ ਹੈ। ਇਹ ਚ ਆਪਾਂ ਨੂੰ ਜੇ ਆਪਾਂ ਨੂੰ ਪ੍ਰੋਪਰ ਕਨਸੈਪਟ ਨਹੀਂ ਸਮਝ ਆਏ ਹੋਏ ਤਾਂ ਆਪਾਂ ਇਹ ਚੈੱਕ ਨਹੀਂ ਕਰ ਸਕਦੇ ਕਿ ਡਾਇਗਰਾਮ ਸਹੀ ਹੈ ਕਿ ਗਲਤ ਹੈ। ਇਹ ਚ ਆਪਾਂ ਚੈੱਕ ਕਰ ਸਕਦੇ ਡਾਇਗਰਾਮ ਸਹੀ ਹੈ ਆਪਣੇ, ਜੇ ਤਿੰਨੇ ਇੱਕ ਪੁਆਇੰਟ ਤੇ ਮੀਟ ਕਰ ਗਈਆਂ ਨॉन ਪੈਰਲਲ ਫੋਰਸਿਸ ਵਾਸਤੇ। ਸੋ ਦੇਖੋ ਦਿੱਤਾ ਹੋਇਆ ਆਪਾਂ ਨੂੰ। ਇਸ ਤੋਂ ਬਾਅਦ ਬਾਕੀ ਹੁਣ ਪੁਰਾਣਾ ਕਨਸੈਪਟ ਲਾ ਰਹੇ ਆਪਾਂ, ਉਹ ਕਨਸੈਪਟ ਹੈ ਕੀ ਆ ਉਹ ਦੇਖ ਲਓ। ਇੱਕ ਤਾਂ ਇਹਦੇ ਵਿੱਚ आर की गल करांगे, आपां एक्स वाई की गल करांगे। एक्स वाई वास्ते एक एक्स एक्सिस मननी पैनी है, एक वाई एक्सिस मननी पैनी है।
ਤਾਂ ਪਹਿਲਾਂ ਆਰ ਕੱਢਣਾ ਜੀ, ਉਹ ਦੇਖੋ ਕਿਵੇਂ ਹੈ। ਐਕਸ ਐਕਸਿਸ ਲਓਗੇ ਇਹ ਫॉर ਇਕੁਅਲ, ਪਹਿਲਾਂ ਐਕਸ ਕੱਢਿਆ ਆਪਾਂ ਨੇ, ਇਹ ਕਿੰਨਾ ਹੋਊਗਾ, ਇਹਨੂੰ ਨੇਮਿੰਗ ਕਰ ਲਓ A B C और D मान लो पॉइंट। तो x की आऊगा, इधर फोर्स की है, पहले हॉरिजॉन्टल देखांगे P cos 0 प्लस W cos 90 हो गया, R बनता 90 बनता, R1 cos 90 ते R2 का एंगल कितना बनता 0। तो डायरेक्शन की है ऑपोजिट। ये कितना आ गया P माइनस R2, आ भी 0 P माइनस R2 आ गया। एंड Y हैगा अपने को, वो अपन लवांगे A फोर्स है Y एक्सिस एंगल P cos 90, W का एंगल कितना बनता Y एक्सिस ना 0। पर डायरेक्शन की है ऑपोजिट। इस तो बाद R1 एंगल कितना बनता 0 ते R2 का कितना बनता Y एक्सिस 90। ये कितना आ गया अपने को माइनस W प्लस R। फॉर इक्विलिब्रियम, इक्विलिब्रियम वास्ते x भी 0 हुंदा, y भी 0 हुंदा। Therefore P minus R2 equal to 0, R1 minus W equal to 0. This equals to P equal to R2 and R1 equals to W। ये दो रिजल्ट आ गया अपने, ये सारा सॉल्व किया जी। हुण एक गल होर आ, वो गल ध्यान रखनी, ਇਹ ਸਾਰਾ ਕੰਮ ਵੈਸੇ ਪਤਾ ਹੋਏਗਾ ਬਹੁਤ ਚੰਗੀ ਗੱਲ, ਇਹ ਤੋਂ ਬਗੈਰ ਕੰਮ ਚੱਲਣਾ ਨਹੀਂ ਹੈਗਾ ਆਪਣਾ। ਪਰ ਇਹ ਆਪਾਂ ਸਿੱਧਾ ਵੀ ਕਹਿ ਸਕਦੇ ਹਾਂ ਇਸ ਕੇਸ 'ਚ ਆਪਾਂ ਸਿੱਧਾ ਵੀ ਕਹਿ ਸਕਦੇ ਹਾਂ। ਕਿਵੇਂ ਇਕੁਇਲਿਬਰੀਅਮ ਕਿੱਦਾਂ ਬਣੇਗਾ ਜੀ, ਜੇ x ਵਾਲੀ x0 ਮਤਲਬ ਕੀ ਹੈਗਾ 0 ਮਤਲਬ ਇਕੁਇਲਿਬਰੀਅਮ ਹੋਵੇ, ਇਦਾਂ ਕਹਿ ਲਓ ਕਿ x ਵਾਲੇ ਪਾਸੇ ਬਾਡੀ ਮੂਵ ਨਾ ਕਰੇ ਤੇ y ਵਾਲੇ ਪਾਸੇ ਵੀ ਬਾਡੀ ਮੂਵ ਨਾ ਕਰੇ। ਇਹ ਸਮਝ ਲਓ ਕਿਵੇਂ, ਜੇ x ਵਾਲੇ ਪਾਸੇ ਬਾਡੀ ਮੂਵ ਨਹੀਂ ਕਰ ਰਹੀ ਮਤਲਬ ਕਿ x ਵਾਲੇ ਫੋਰਸ ਆਪਸ ਚ ਬੈਲੈਂਸ ਕਰਨ, ਜਿਵੇਂ ਆਪਾਂ ਕਹੀਏ ਇੱਕ ਫੋਰਸ ਇਹ 5 ਨਿਊਟਨ ਦੀ ਆ, ਇਹ 3 ਨਿਊਟਨ ਦੀ ਆ x ਐਕਸਿਸ ਨਾਲ, ਤਾਂ ਬਾਡੀ x ਵਾਲੇ ਪਾਸੇ ਮੂਵ ਕਰੇਗੀ, ਇਹ ਫੋਰਸ ਵੱਡੀ ਆ, ਇਹ ਫੋਰਸ ਛੋਟੀ ਆ, ਖਿੱਚ ਕੇ ਲੈ ਜਾਊਗੀ। ਪਰ x ਵਾਲੇ ਪਾਸੇ ਹੀ ਬਾਡੀ ਮੂਵ ਨਹੀਂ ਕਰਨੀ ਹੈਗੀ, ਨਾ y ਵਾਲੇ ਪਾਸੇ ਮੂਵ ਕਰਨੀ, ਕਿਤੇ ਮੂਵ ਨਹੀਂ ਕਰਨੀ। ਤਾਂ ਜਿਹੜੀ x ਵਾਲੀਆਂ ਫੋਰਸਾਂ ਨੇ ਉਹ ਅਲੱਗ ਬੈਲੈਂਸ ਕਰਨਗੀਆਂ। x ਵਾਲੀ ਫੋਰਸ ਕਿਹੜੀ, x ਐਕਸਿਸ ਨਾਲ ਫੋਰਸ ਕਿਹੜੀ ਆ, ਇੱਕ ਇਹ ਆ। परपेंडिकुलर फोर्स का ए ऊपर कोई लिंक नहीं है, जो गल समझ आ गई होवे। W ਦੇ x एक्सिस में कोई लिंक नहीं है, बिकॉज W जे x एक्सिस लाओगे तो cos 90 हो जाएगा, 0 हो जाएगा, मतलब ਇਹਦਾ कोई लिंक नहीं है। जे फोर्स टेढ़ी हुंदी फिर ये दो पार्ट बनने सीगे, फिर ਇਹਦਾ एक पार्ट x एक्सिस वाले पासे आना सी, एक पार्ट y एक्सिस वाले पासे आना सी। ਤੇ ਇਹ परपेंडिकुलर फोर्स ਦਾ ਦੂਜੀ फोर्स ਜਿਹਦੇ परपेंडिकुलर है ਇਹਦੇ पर कोई लिंक नहीं ਹੁੰਦਾ, ਇਹ ਆਪਾਂ ਚੈੱਕ ਕੀਤਾ 0 ਹੋ ਜਾਏਗਾ। ਤਾਂ x एक्सिस लॉन्ग फोर्स की है, एक P है बस कली, एक R2 है बस। आ भी परपेंडिकुलर R1, ਇਹਦਾ कोई लिंक नहीं आना x ਦੇ ਉੱਪਰ, W ਦਾ कोई लिंक नहीं आना। ਇਹ ਇਧਰਲੇ ਪਾਸੇ ਆ, ਇਹ ਇਧਰਲੇ ਪਾਸੇ। ਜੇ ਇਹ ਦੋਨੇ ਬੈਲੈਂਸ ਕਰਨਗੀਆਂ ਤਾਂ ਹੀ ਆਪਣਾ ਕਹਾਂਗੇ ਬਾਡੀ ਮੂਵ ਨਹੀਂ ਕਰਨੀ। ਇਧਰਲੇ ਪਾਸੇ ਦੀ ਫੋਰਸ ਤੇ ਇਧਰਲੇ ਪਾਸੇ ਦੀ ਫੋਰਸ ਜੇ ਦੋਨੇ ਬਰਾਬਰ ਹੋਣਗੀਆਂ ਤਾਂ ਹੀ ਬਾਡੀ ਮੂਵ ਨਹੀਂ ਕਰੇਗੀ। ਸਿੱਧਾ ਕਹਿ ਸਕਦੇ ਆ ਕਿ P ਤੇ R2 ਬਰਾਬਰ ਨੇ, P equals to R2। ਦੂਜਾ ਦੇਖੋ ਬਾਡੀ ਉੱਪਰ ਵੀ ਉੱਪਰ ਨੀਚੇ ਵੀ ਮੂਵ ਨਹੀਂ ਕਰਨੀ। ਉੱਪਰ ਫੋਰਸ ਕਿਹੜੀ ਆ R1, ਇਹ ਪਰਪੈਂਡੀਕੁਲਰ ਆ, R2 ਦਾ ਕੋਈ ਲਿੰਕ ਨਹੀਂ ਆਣਾ ਇਹਦੇ ਵਿੱਚ ਕਿਉਂਕਿ cos 90 0 ਹੋ ਜਾਏਗਾ। ਪਰਪੈਂਡੀਕੁਲਰ ਫੋਰਸ ਦਾ ਕੋਈ ਲਿੰਕ ਨਹੀਂ ਹੁੰਦਾ ਹੈਗਾ ਦੂਜੇ ਨਾਲ। R2 R1 ਨਾਲ ਕੱਲਾ, R2 ਦੀ ਲੋੜ ਨਹੀਂ ਪੈਣੀ, P ਵੀ ਪਰਪੈਂਡੀਕੁਲਰ ਆ, ਇਹ ਵੀ ਲੋੜ ਨਹੀਂ ਪੈਣੀ, ਤਾਂ W ਆ। R1 ਉੱਪਰ ਜਾ ਰਿਹਾ, W ਨੀਚੇ ਲੈ ਕੇ ਜਾ ਰਿਹਾ, 0 ਤਾਂ ਹੋਗਾ ਜਦੋਂ ਨੇ ਬੈਲੈਂਸ ਕਰਨਗੇ ਆਪਸ। ਤਾਂ R1 ਇਕੁਅਲ W ਆ। ਇਹ ਸਿੱਧਾ ਵੀ ਕਰਨ ਦੀ ਆਪਾਂ ਆਦਤ ਪਾਣੀ ਆ, ਇਹ ਲੋੜ ਪਏਗੀ ਆਪਾਂ ਨੂੰ। ਆ ਸਾਰਾ ਕੰਮ ਬਚਾ ਸਕਦੇ ਆ, ਪਰ ਪ੍ਰੋਬਲਮ ਇਹ ਸੀਗੀ
ਸਿੱਧਾ ਕਰਨਾ ਆ ਗਿਆ ਤਾਂ ਕੰਮ ਸਰਨਾ ਨਹੀਂ। ਜੇ ਤੁਹਾਨੂੰ ਇਹ ਵੀ ਆਉਂਦਾ ਹੋਊਗਾ ਤਾਂ ਪ੍ਰੋਪਰ ਸਮਝ ਆਊਗਾ। ਜੇ ਮੰਨ ਲਓ ਫੋਰਸ ਟੇਢੀ ਹੁੰਦੀ ਇੱਕ ਹੋਰ, ਫਿਰ ਇਹਦੇ ਆਪਾਂ ਰਿਜ਼ਲਟ ਪਾਰਟ ਕਰਨੇ ਸੀ ਪਹਿਲਾਂ, ਫਿਰ ਦੇਖਣਾ ਸੀ ਬਾਅਦ ਚੋਂ। ਸੋ ਇਹ ਕੰਮ ਅੱਗੇ ਆਊਗਾ ਦੇਖਾਂਗੇ। ਤਾਂ ਇਦਾਂ ਕਰ ਸਕਦੇ ਹਾਂ ਆਪਾਂ। ਇਹ ਸਾਰਾ ਕੰਮ ਛੱਡ ਕੇ ਜਦ ਸਿੱਧਾ ਸਟੈਪ ਲਿਖਦੇ ਨੰਬਰ ਨਹੀਂ ਕੱਟੇ ਜਾਣਗੇ, ਇਹ ਸਹੀ ਹੈ। ਸੋ ਇਹ ਆਪਣੇ ਕੋਲ ਪਹਿਲਾਂ ਐਕਸ ਵਾਈ ਚੋਂ ਇਹ ਰਿਜ਼ਲਟ ਬਣਾਉਣਾ, ਇੱਕ ਲਾਣਾ ਮੂਵਮੈਂਟ ਵਾਲਾ ਕੰਸੈਪਟ। ਇਸ ਤੋਂ ਬਾਅਦ ਆ ਦੋ ਹੀ ਕੰਸੈਪਟ ਮੇਨ ਇਹਦੇ ਵਿੱਚ ਯੂਜ਼ ਕਰਨੇ ਆ। ਹੁਣ ਕੱਢ ਰਹੇ ਆਪਾਂ ਮੂਵਮੈਂਟ। ਹੁਣ ਜਿਹਨਾਂ ਨੂੰ ਪਤਾ ਹੋਵੇ ਮੂਵਮੈਂਟ ਉਸ ਪੁਆਇੰਟ ਦੇ ਅਬਾਊਟ ਕੱਢਣਾ ਹੁੰਦਾ ਜਿੱਥੋਂ ਡਿਸਟੈਂਸ ਕੱਢਣਾ ਸੌਖਾ ਰਹੇ। ਮਤਲਬ ਮੂਵਮੈਂਟ ਉਸ ਪੁਆਇੰਟ ਚੋਂ ਕੱਢ ਲਓ ਜਿੱਥੋਂ ਵੱਧ ਤੋਂ ਫੋਰਸਾਂ ਨਿਕਲ ਰਹੀਆਂ। ਕਿ ਜਿਸ ਪੁਆਇੰਟ ਦੇ ਅਬਾਊਟ ਮੂਵਮੈਂਟ ਕੱਢ ਰਹੇ ਜੇ ਉਹਦੇ ਵਿੱਚੋਂ ਫੋਰਸ ਨਿਕਲ ਰਹੀ ਹੈ ਤਾਂ ਡਿਸਟੈਂਸ 0 ਹੁੰਦਾ। ਤਾਂ ਮੂਵਮੈਂਟ ਉਸ ਪੁਆਇੰਟ ਦੇ ਅਬਾਊਟ ਕੱਢਾਂਗੇ ਜਿਹਦੇ ਅਬਾਊਟ ਵੱਧ ਤੋਂ ਫੋਰਸਾਂ ਨਿਕਲ ਰਹੀਆਂ ਨੇ। ਤਾਂ ਮੂਵਮੈਂਟ ਅਬਾਊਟ A ਕੱਢਾਂਗੇ ਆਪਾਂ। ਇਹ ਦੋ ਫੋਰਸਾਂ ਨਿਕਲ ਰਹੀਆਂ ਉਹਦੇ ਵਿੱਚ। ਮੂਵਮੈਂਟ ਵਾਸਤੇ ਡਿਸਟੈਂਸ ਵੀ ਚਾਹੀਦਾ ਆਪਾਂ ਨੂੰ। ਮਤਲਬ ਮੂਵਮੈਂਟ ਕੀ ਹੋਗਾ D, ਇਹਨੂੰ E ਲੈ ਲਿਆ ਆਪਾਂ ਨੇ। ਮੂਵਮੈਂਟ ਅਬਾਊਟ A ਲੈ ਰਹੇ ਆਪਾਂ। ਇਹਦਾ ਅਲਜੈਬਰਿਕ ਸਮ ਕਰਾਂਗੇ, ਉਹ 0 ਬਰਾਬਰ ਹੋਗਾ ਬਿਕੋਜ਼ ਬੋਡੀ ਮੂਵ ਨਹੀਂ ਕਰ ਰਹੀ। ਇਹ ਪਹਿਲਾਂ ਪੜਿਆ ਹੈ। ਇਹ ਆ ਗਿਆ W, ਪਹਿਲਾ ਆ ਗਿਆ R1 into 0, ਦੂਜਾ ਆ ਗਿਆ P into 0। डिस्टेंस 0 है, डिस्टेंस 0। W इंटू की होगा जी, W इंटू AE, ये परपेंडिकुलर है। W इंटू AE हो गया। फिर डायरेक्शन की होगी यदि ये घुमानी होंगी बॉडी, ये क्लॉकवाइज आऊगा। जे क्लॉकवाइज है तो की लवांगे आपां नैगेटिव। हुण R2 रह गया, आ डिस्टेंस परपेंडिकुलर है, इनू E इनू F ले लो, प्लस R2 into F। डायरेक्शन चेक कर लो, डायरेक्शन यदि एंटी क्लॉकवाइज आ, इसलिए पॉजिटिव आऊगा। तो मूवमेंट 0 क्यों होगा? बिकॉज इक्विलिब्रियम AF होना सी। मूवमेंट हुण मूवमेंट A ही तां निकलूगा जो डिस्टेंस पता होगी। तो लैट कर रहे हैं आप, ये उपर ही लैट करते हैं। लैट करते हैं जिहड़ा AC हैगा, ये 2A मान लेना लेंथ, सौखे वास्ते ले लिया। 2A लेंथ सारी आप सपोज कर ली जी, जो अद्धी लेंथ ये A होगी, अद्धी लेंथ जो हैगी आ वो A आवे, तो पूरी लेंथ आप 2A मान ली। अदरवाइज A मनोगे तो A/2 जो कोई फर्क नहीं पैंदा। ये मननी पैनी क्योंकि फिर ये A ही कढ़नी है। हुण A ही कढ़नी किवें हुंदी है, पहला किता होया जी। ये किस ट्रायंगल च आ रहा ADE, एक साइड पता एक एंगल पता, लभ सकते हैं। ये की होगा? एंगल सामने होंगे परपेंडिकुलर, बेस अपॉन हाइपोटेन्यूज। तो बेस की आऊगा हाइपोटेन्यूज इनटू कॉस थीटा। सीधा लिखना होंगे जी A cos 60। सीधा नहीं पता फिर करके दिखा दो, सीधा लिखो चंगी गल। A cos 60 होगा। जिहड़ा AF आ, ये किस ट्रायंगल च आ रहा ACF, ये एंगल 60 हो गया जी। Z बनता हैगा, ये हुंदे ने आल्टरनेट एंगल जे लाइनां पैरेलल होण। हुण ये ट्रायंगल च एक साइड पता आपां नूं, एक एंगल पता, आ लभणी आ। एंगल सामने की हो गया? परपेंडिकुलर, परपेंडिकुलर अपॉन हाइपोटेन्यूज। ये बन गया हाइपोटेन्यूज इनटू साइन 60। इन्हें सॉल्व कर लो। cos 60 जो है वो हाफ आ गया, तो sin 60 आ गया √3/2। हम कटना की आप फोर्स लभनी है P1। देखो R2 जो है वो P के बराबर है। इथों आ गया R2 की वैल्यू भरती P, R2 भी कट लो, A√3 WA/3 उधर ले गए। तो जो अपने को फोर्स हैगी आ वो W/2√3 आ गई। ये अपना एक क्वेश्चन होर देखते हैं आप समझने वास्ते।
मैं स्टेटमेंट पढ़ रहा, तुसीं स्टेटमेंट देख लो जी, है रेनाल्ड का ही है पर थोड़ा अलग जा कंसैप्ट है। A uniform ladder of weight 24 kg rest on a smooth horizontal ground and leaning टेढ़ी ਹੁੰਦੀ है, leaning टेढ़ा against a smooth vertical wall at an inclination tan inverse 2 with the horizon and is prevented from slipping by a string attached to its lower end and to the junction of wall and ground. The man of weight 72 kg began to ascend the ladder. If a string can bear a tension of 30 kg, how far along the ladder can man ascend safely? देखो कि मैं डायग्राम सौखा ही है, वैसे समझ आ जाएगा। दोनों स्मूथ ने जी, वॉल ते फ्लोर ग्राउंड ਇਹ ਦੋਨੇ ਸਮੂਥ ਨੇ। ਇੱਕ ਪੌੜੀ ਜਿਹੜੀ ਹੈਗੀ ਇੱਥੇ ਲੀਨਿੰਗ ਮਤਲਬ ਟੇਢੀ ਖੜੀ ਆ ਇਹਦੇ ਉੱਪਰ, ਇਹ ਖੜੀ ਹੈਗੀ ਹੈ। ਇਹਦਾ weight ਜੋ ਹੈ ਇਹ 24 kg ਹੈ, ਸੈਂਟਰ ਤੇ ਐਕਟ ਕਰੇਗਾ। ਹੁਣ ਲੱਗ ਰਿਹਾ ਕਿ ਇਹ ਸਮੂਥ ਨੇ ਤਾਂ ਫਿਸਲ ਕੇ ਸਲਿੱਪ ਕਰਕੇ ਨੀਚੇ ਗਿਰ ਜਾਏਗੀ। ਹੁਣ ਸਲਿੱਪਿੰਗ ਤੋਂ ਰੋਕਣ ਵਾਸਤੇ ਇੱਥੇ ਇੱਕ ਧਾਗਾ ਬੰਨਿਆ ਹੋਇਆ, ਇਹ ਇੱਕ ਲੋਅਰ ਐਂਡ ਤੇ, ਇੱਕ ਜਿੱਥੇ ਵਾਲ ਅਤੇ ਗਰਾਊਂਡ ਦਾ ਜੰਕਸ਼ਨ ਮਤਲਬ ਜਿੱਥੇ ਮਿਲਦੇ ਨੇ ਦੋਨੇ, ਵਾਲ ਅਤੇ ਗਰਾਊਂਡ ਜਿੱਥੇ ਮਿਲਦੇ ਹੈ, ਇੱਕ ਸਿਰਾ ਇੱਥੇ ਹੈ ਸਟ੍ਰਿੰਗ ਦਾ, ਇੱਕ ਸਿਰਾ ਇੱਥੇ ਹੈ ਤੇ ਸਟ੍ਰਿੰਗ ਬੰਨੀ ਹੋਈ। ਟੈਂਸ਼ਨ ਪੈਦਾ ਹੋਊਗੀ। ਟੈਂਸ਼ਨ ਕਿਵੇਂ? ਪੌੜੀ ਅੱਗੇ ਨੂੰ ਖਿੱਚ ਪਾਏਗੀ, ਪੌੜੀ ਏਦਾਂ ਗਿਰੇਗੀ ਨਾ, ਆਹ ਸਿਰਾ ਅੱਗੇ ਜਾਏਗਾ, ਜਿੱਦਾਂ ਫਿਸਲੇਗੀ ਅੱਗੇ ਜਾਏਗਾ, ਸਟ੍ਰਿੰਗ ਰੋਕੇਗੀ, ਸਟ੍ਰਿੰਗ 'ਚ ਖਿੱਚ ਪੈਦਾ ਹੋਏਗੀ। ਜੋ ਸਟ੍ਰਿੰਗ ਦੇ ਵਿੱਚ ਸਟ੍ਰੈਚਨੈਸ ਪੈਦਾ ਹੋਊਗੀ ਤਾਂ ਇਨਬਿਲਟ ਇੱਕ ਫੋਰਸ ਪੈਦਾ ਹੋਊਗੀ, ਟੈਂਸ਼ਨ ਜਿਹੜੀ ਰੋਕੇਗੀ ਇਸਨੂੰ। ਤੇ ਪੌੜੀ ਹੈਗੀ ਆ, ਇਹਦੀਆਂ ਰਿਐਕਸ਼ਨਸ ਹੋਣਗੀਆਂ ਉਹ ਜਿਵੇਂ ਪਹਿਲਾਂ ਵਾਂਗੂ ਬਣਾਇਆ ਆਪਾਂ ਨੇ। ਇਹਦਾ ਕੰਮ ਦੇਖਣ ਨੂੰ ਤਾਂ ਪੁਰਾਣਾ ਹੀ ਲੱਗਦਾ, ਇਹ R1 ਰਿਐਕਸ਼ਨ ਆ, ਇਹ R2 ਰਿਐਕਸ਼ਨ। ਪਰ ਇੱਕ ਨਵੀਂ ਗੱਲ ਇਹਦੇ ਵਿੱਚ ਇਹ ਆ ਗਈ, ਹਜੇ ਵੀ ਕੰਮ ਮੁੱਕਿਆ ਨਹੀਂ ਹੈਗਾ। ਇੱਕ ਬੰਦਾ ਪੌੜੀ ਚੜ੍ਹਨੀ ਸ਼ੁਰੂ ਕਰਤੀ, ਜੋ ਪੌੜੀ ਚੜੇਗਾ ਇਹਦੇ ਵਿੱਚ ਪੌੜੀ ਚੜ੍ਹਨਾ ਸ਼ੁਰੂ ਕਰੂਗਾ, ਜਿਉਂ-ਜਿਉਂ ਉੱਪਰ ਜਾਊਗਾ ਧਾਗੇ ਉੱਪਰ ਟੈਂਸ਼ਨ ਵਧੇਗੀ। ਟੈਂਸ਼ਨ ਕਿਉਂ ਵਧੇਗੀ? ਜਿੰਨਾ ਬੰਦਾ ਉੱਪਰ ਜਾਏਗਾ ਉਨੀ ਪਾਵਰ ਨਾਲ ਇਹ ਸਲਿੱਪ ਕਰਨ ਦੀ ਕੋਸ਼ਿਸ਼ ਕਰੇਗੀ। ਜੇ ਬੰਦਾ ਇੱਥੇ ਚੜਿਆ ਹੋਇਆ ਹੈਗਾ, ਏਦਾਂ ਦਿਮਾਗ ਵੀ ਲਾ ਸਕਦੇ ਬੰਦੇ, ਜੇ ਆਪਾਂ ਆਮ ਪੌੜੀ ਚੜ੍ਹਦੇ ਹੈਗੇ ਆ, ਸਲਿੱਪਰੀ ਹੈ ਗਰਾਊਂਡ, ਜਿਉਂ-ਜਿਉਂ ਤੁਸੀਂ ਉੱਪਰ ਚੜੀ ਜਾਓਗੇ, ਉੱਪਰ ਜਾਓਗੇ, ਸਲਿੱਪ ਕਰਨ ਦੀ ਜਿਹੜੀ ਹੈਗੀ ਇਹ ਚਾਂਸਿਸ ਪੌੜੀ ਦੇ ਵਧੀ ਜਾਣਗੇ। ਜਿਹਨੂੰ ਆਪਾਂ ਉੱਪਰ ਜਾਂਦੇ ਆ ਉਹਨਾਂ ਸਲਿੱਪ ਹੋਣ ਦਾ ਖਤਰਾ ਵਧੀ ਜਾਂਦਾ ਹੁੰਦਾ। ਜੇ ਨੀਚੇ ਰਹਾਂਗੇ ਸਲਿੱਪ ਹੋਣ ਦਾ ਖਤਰਾ ਘੱਟ ਰਹਿੰਦਾ, ਜੇ ਆਪਾਂ ਸਲਿੱਪਰੀ ਗਰਾਊਂਡ ਤੇ ਜੇ ਉੱਪਰ ਪੌੜੀ ਲਾਈ ਹੋਈ ਹੈ। ਕਿਉਂ? ਜਿਉਂ-ਜਿਉਂ ਉੱਪਰ ਜਾਵਾਂਗੇ ਓਨਾ ਜ਼ਿਆਦਾ ਭਾਰ ਪੈਂਦਾ ਲੈਡਰ ਉੱਪਰ, ਜ਼ਿਆਦਾ ਭਾਰ ਪੈਣ ਕਰਕੇ ਇਹ ਸਲਿੱਪ ਕਰਨ ਦੀ ਕੋਸ਼ਿਸ਼ ਕਰੇਗੀ, ਜ਼ਿਆਦਾ ਭਾਰ ਪੈਣ ਕਰਕੇ ਸਲਿੱਪ ਕਰਨ ਦੀ ਕੋਸ਼ਿਸ਼ ਕਰੇਗੀ। ਸਲਿੱਪ ਤੋਂ ਰੋਕਣ ਵਾਸਤੇ ਧਾਗਾ ਲਾਇਆ ਹੈ। ਜਿੰਨਾ ਇਹ ਜ਼ਿਆਦਾ ਭਾਰ ਪਏਗਾ ਉਨੀ ਜ਼ਿਆਦਾ ਫੋਰਸ ਨਾਲ ਸਲਿੱਪ ਕਰਨ ਦੀ ਕੋਸ਼ਿਸ਼ ਕਰੇਗੀ। ਜਿੰਨੀ ਜ਼ਿਆਦਾ ਫੋਰਸ ਨਾਲ ਸਲਿੱਪ ਕਰਨ ਦੀ ਕੋਸ਼ਿਸ਼ ਕਰੇਗੀ ਉਹਨਾਂ ਧਾਗੇ ਉੱਪਰ ਜ਼ਿਆਦਾ ਖਿੱਚ ਪੈਦਾ ਹੋਏਗੀ, ਜ਼ਿਆਦਾ ਦਬਾਅ ਪੈਦਾ ਹੋਏਗਾ, ਉਨੀ ਟੈਨਸ਼ਨ ਵੱਧ ਹੋਏਗੀ। ਜੇ ਗੱਲ ਸਮਝ ਆ ਰਹੀ ਹੈ? ਕਿਉਂਕਿ ਉਹਨੇ ਟੈਨਸ਼ਨ ਨਹੀਂ ਦਿੱਤੀ ਕਿ ਟੈਨਸ਼ਨ ਕਿੰਨੀ ਹੈ। ਉਹਨੇ ਇੱਕ ਲਾਈਨ ਪਾਈ ਹੋਈ ਹੈ, ਤੁਸੀਂ ਦੇਖ ਲਿਓ, ਉਹ ਲਾਈਨ ਪਾਈ ਹੈ, ਸਟ੍ਰਿੰਗ ਕੈਨ ਬੀਅਰ ਅ ਟੈਂਸ਼ਨ ਆਫ 30 kg। ਸਟ੍ਰਿੰਗ ਜੋ ਹੈਗਾ ਇਹ ਵੱਧ ਤੋਂ ਵੱਧ 30 kg ਦੀ ਟੈਨਸ਼ਨ ਸਹਾਰ ਸਕਦੀ। ਇਹਦਾ ਮਤਲਬ ਕੀ ਹੈ? ਇਹ ਟੈਨਸ਼ਨ ਦੀ ਵੈਲਿਊ ਨਹੀਂ ਹੈਗੀ, ਉਹਨਾਂ ਵੈਸੇ ਹੀ ਪਾਤਾ ਇਕੁਅਲ ਟੂ, ਵੱਧ ਤੋਂ ਵੱਧ ਟੈਨਸ਼ਨ ਨਹੀਂ ਸਹਾਰ ਸਕਦੀ। ਮਤਲਬ ਇਸ ਤੋਂ ਵੱਧ ਟੈਨਸ਼ਨ ਹੋਊਗੀ ਤਾਂ ਸਟ੍ਰਿੰਗ ਟੁੱਟ ਜਾਏਗੀ, ਤਾਂ ਆਪਾਂ ਟੈਨਸ਼ਨ ਵੱਧ ਤੋਂ ਵੱਧ ਲਵਾਂਗੇ। ਜੇ ਟੈਨਸ਼ਨ ਵੱਧ ਤੋਂ ਵੱਧ ਲਵਾਂਗੇ, ਟੈਨਸ਼ਨ ਵਧੂਗੀ ਕਦੋਂ? ਜਿੰਨਾ ਬੰਦਾ ਉੱਪਰ ਜਾਈ ਜਾਊਗਾ ਉਨੀ ਟੈਨਸ਼ਨ ਵਧੂਗੀ, ਉਸ ਸਟ੍ਰਿੰਗ 'ਚ ਖਿਚਾਅ ਵਧੂਗਾ, ਟੈਨਸ਼ਨ ਵਧੇਗੀ। ਜਦੋਂ ਟੈਨਸ਼ਨ 30 ਹੋ ਗਈ, ਮੰਨ ਲਓ ਇੱਥੇ ਪਹੁੰਚ ਕੇ ਬੰਦਾ ਇੱਥੇ ਪਹੁੰਚ ਗਿਆ, ਟੈਨਸ਼ਨ 30 ਹੋ ਗਈ ਇਹਦੀ, ਤਾਂ ਬੰਦਾ ਇਸ ਤੋਂ ਅੱਗੇ ਨਹੀਂ ਜਾ ਸਕਦਾ। ਕਿਉਂ? ਕਿ ਜਿੰਨਾ ਉੱਪਰ ਜਾਊਗਾ ਟੈਨਸ਼ਨ ਵਧੀ ਜਾਊਗੀ। ਜੇ ਬੰਦਾ ਥੋੜਾ ਜਿਹਾ ਵੀ ਉੱਪਰ ਚਲਾ ਗਿਆ ਹੋਰ, ਫਿਰ ਟੈਨਸ਼ਨ ਹੋਰ ਵੱਧ ਜਾਣੀ ਹੈ 30 ਤੋਂ ਉੱਪਰ,
पर उन्होंने कहा कि टेंशन 30 तक ही सहार सकता है, तो थोड़ा जिहा होर उपर जाऊगा स्ट्रिंग टुट जानी है, तो पौड़ी फिसल जानी है ते बंदे नूं नुकसान होगा। मतलब आपने ये पूछना है कि किन्नी उपर तक वो सेफली जा सकता। सेफली मतलब कि पौड़ी ना फिसले, ये पता करना। पहली गल समझाने से टेंशन 30 देखो दी नहीं हुई हैगी, पर 30 मन के आप लभांगे कि बंदा किन्नी उपर गया। टेंशन 30 मन के जे आप दसता कि बंदा इत्थे पहुंचा, तेरा मतलब की हो गया कि वध तो वध बंदा उरे तक पहुंच सकता बस, क्योंकि जे इस तो अगे जाएगा फिर टेंशन वध जानी है, 30 नालों स्ट्रिंग टुट जानी है, बिकॉज गिवन आपां नूं कि टेंशन 30 तो वध नहीं सहा सकदा। जे गल समझ आई होवे फिर आप अगे चलते हैं। बाकी काम सौखा ही है कि मान लो बंदा जिहड़ा हैगा ਉਹਦਾ वेट किन्ना जी 72 kg, तो किन्ने डिस्टेंस है पुछया, डिस्टेंस किन्ना होगा। ये डिस्टेंस जो हैगा आपां ने ये बी डिस्टेंस मान लिया कि बी डिस्टेंस तक ये बंदा गया, बी आपां लभना हैगा, ते लेंथ दी लैडर दी लेंथ आपां 2a मान ली सारी। 2a तां मन्नी कि ये लेंथ जो हैगी है ए हो जूगी। एंगल गिवन आपां नूं लैडर दा हॉरिजॉन्टल नाल किन्ना एंगल बनदा, थीटा एंगल आपां नूं गिवन है जी वो tan इनवर्स 2 है, मतलब tan थीटा किन्ना हो गया 2/1, देयरफॉर cos थीटा किन्ना आ जाएगा 1/√5, अते sin थीटा आ जाएगा जी 2/√5। इत्थे 2 आ, इत्थे 1 आ, यह √5। ये आ जाऊगा जी अपना। हूँ उवें करना, मैं सीधा कर रहा, देखो एक्स वाई वाला कंसेप्ट सीधा कर रहे हैं। एक्स एक्सी लॉन्ग फोर्स तक कितनी लग रही ने, एक आ फोर्स टी है, ਇਹਦਾ कोई लिंक नहीं पैना ਇਹਦੇ ਵਿੱਚ, एंगल 90 ਇਹਦਾ कोई लिंक नहीं पैना, ਇਹ भी नहीं आनी, दोनों नहीं आनी। ਇਹਦਾ कोई लिंक नहीं आना बिकॉज एक्स एक्स सॉरी उपर R1 का लिंक नहीं आना बिकॉज एंगल 90। तो दो फोर्स रह गई टी ते R2, टी इधर लग रही है R2 इधर लग रही है, जो बैलेंस करनगियां दोने तां ही एक्स 0 होगा, तो टी इक्वल टू पक्का R2 चाहिए। हुण दूजा वाई एक्सी देखिए, ਇਹਦਾ कोई लिंक नहीं R2 का वाई एक्सी दे लॉन्ग 90 एंगल आ, टी का कोई लिंक नहीं है, दो का लिंक नहीं है। उपर फोर्स कली इको R1 आ, इतने नीचे दो फोर्स आने, तो एक कली फोर्स है दोनों बैलेंस करेगी। तो R1 जो है यह 24 + 72 होगा, तो यह होगा अपने को 96। सीधा कह सकते, अदरवाइज तुम एक्स वाई कढ़ लियो, उदा भी कढ़ लो, फिर प्रैक्टिस हो जाएगी। ये निकल गया अपने को, मूवमेंट कढ़ांगे आप लैट कर लो ए बी सी डी, लैट कर लो जिहड़ा ए बी हैगा वो 2a हैगा, ए सी आपां ए मान लिया, ते ए डी नूं आपां ए हो गया, ए डी नूं आपां बी मान लिया। सॉरी मूवमेंट अबाउट ए कढ़ांगे, मूवमेंट अबाउट ए कढ़ रहे हैं आप। इस तो जो मूवमेंट अबाउट ए कढ़िया आपां ने, ये आ गया 24, इनू ए ई मान लो, ये एफ मान लो, ये जी मान लो। पहला सीधे ही कर लेने आप, टी विचों निकल रही है, टी इंटू 0 हो गया, R1 विचों निकल रही है, ये दोनों 0 कर ले पहला। हुण आ फोर्स ले रहा 24, ये आऊगा 24 इंटू ए ई नैगेटिव आ क्लॉकवाइज, 72 इंटू ए एफ क्लॉकवाइज आ नैगेटिव आऊगा, आ भी हो गया, आ रह गया R2 इंटू ए जी, ए पॉजिटिव आऊगा इक्वल टू 0 बिकॉज ए एंटी क्लॉकवाइज। हुण ए ई कढ़ लो कितनी आऊगी -24 इंटू ए ई बनेगा बेस अपॉन हाइपोटेन्यूज, बेस कढ़ना आप ए कॉस थीटा -72, ये भी इस ट्राइंगल च बेस लभना, हाइपोटेन्यूज कितनी है बी है जी, तो बेस आ जाएगा अपने को, ये सारा पिछला काम करी जाने आप बी कॉस थीटा।
ਇਹ ਐਂਗਲ ਥੀਟਾ ਵੀ ਥੀਟਾ ਹੋਊਗਾ। ਤਾਂ ਵੱਡੇ ਟ੍ਰਾਇੰਗਲ 'ਚ ਆਪਾਂ ਲੱਭਣੀ ਕੀ ਹੈ, ਪਰਪੈਂਡੀਕੂਲਰ। ਤਾਂ ਪਰਪੈਂਡੀਕੂਲਰ ਆਊਗਾ ਸਾਈਨ ਵਾਲਾ ਪਾਰਟ, ਇਹ ਆਊਗਾ R2 2a sin थीटा। हाइपोटेन्यूज 2a है इसके, बस ये सॉल्व करांगे आप। इथों t भी गिवन अपन इत्थे नाल पा लो। दिस इंप्लाइज जो R2 है वो 30 हो जाएगा बिकॉज t अपने 30 ली है। हम सारे वैल्यूज पर आएंगे आप जी। ये सारी आप वैल्यूज भरिया। Therefore minus 24 into a cos theta 1 by root 5 minus 72 into b sin theta 2 by root 5 R2 30 है जी। 30 into 2a sin theta हैगा 1 by root 5 equal to 0। ये जो सॉल्व करके आप b की वैल्यू कढ़ने की b कितना होगा, तो b सॉल्व कर लेने आप। दिस इंप्लाइज रूट 5 ये हो गया, कैंसिल कर लिया, माइनस 24a माइनस 144b प्लस साइन थीटा इत्थे वैल्यू गलत भरेगी जी। कॉस थीटा भरना सी अपने 1 बाय, इत्थे साइन थीटा आना सी 2 बाय। तो चेक कर लियो, ये आ गया 72b प्लस 120a इक्वल टू 0। ये जो b कढ़ना अपने, ये आ गया दोने कितने 96a इक्वल टू 72b ये आ गया b इक्वल टू 96 अपॉन 72a। ये आ गया 4 बाई 3, 24 से कैसे करता, a 2 बाई 3 इंटू 2a ले रहे हैं। 2a ता लिया जी, 2a जो है वो लेंथ ऑफ लैटर। तो b डिस्टेंस किहड़ा कढ़िया, b डिस्टेंस आपां वो वध तो वध डिस्टेंस कढ़िया हैगा जिथे बंदा सेफली पहुंच सकता है। तो बंदा वध तो किथे पहुंच सकता सेफली, ए 2/3 लेंथ ऑफ रॉड, लेंथ ऑफ लैडर। जी लेंथ ऑफ लैडर होगी और 2/3 तक जा सकता। इस तो अगे जाएगा तो ये स्ट्रिंग टुट जाएगी, पौड़ी नीचे कर जाएगी। तो देयरफॉर मैन कैन असेंड डिस्टेंस 2 by 3 into 2 by 3 times 2 by 3 times length of ladder safely। यही अपन पूछा सी उन्होंने कि कितनी उच्ची तक जा सकता हो। तो जिन्नी लेंथ होगी रॉड लैडर की उस तो 2 by 3 डिस्टेंस 2 by 3 टाइम्स बंदा सेफली चढ़ सकता है। चलो ठीक है जी, ये आप काम करना सी। बाकी आप ये नाल दे न्यूमेरिकल 2-3 लैक्चर होर लावांगे करने वास्ते। बाकी न्यूमेरिकल पढ़ लियो जी, जिहड़ा होमवर्क मिलूगा होमवर्क कंप्लीट कर लियो जी। चलो ठीक है जी, थैंक यू।